ਰਿਹਾ ਤੇ ਹੋਣਾ ਵੀ ਲਾਜ਼ਮੀ ਕਿਉਂਕਿ ਅੰਕੜੇ ਕਾਫੀ ਵੱਧ ਰਹੇ ਹਨ। ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਵੀ ਕਰੋਨਾ ਨੂੰ ਘਰਾਂ ਦੇ ਵਿੱਚ ਰਹਿ ਕੇ ਜਾਂ ਕੀ ਸਾਵਧਾਨੀਆਂ ਵਰਤ ਕੇ ਹਰਾਇਆ ਜਾ ਸਕਦਾ? ਇਹਨਾਂ ਜੀ ਕਰੋਨਾ ਦਾ ਸੰਦੇਸ਼ ਹੈ ਜਿਹੜਾ ਹੁਣ ਇਹ ਕਾਫੀ ਦੇਰ ਤੋਂ ਹੀ ਚੱਲ ਰਿਹਾ ਹੈ। ਮੇਰਾ ਇਹ ਮੰਨਣਾ ਹੈ ਕਿ ਆਪਾਂ ਜੇ ਸਾਰਾ ਮੀਡੀਆ ਦੇਖੀਏ ਤਾਂ ਉਹਦੇ 'ਚ ਇੱਕ ਦੂਜੇ ਤੇ ਦੋਸ਼ ਲੱਗ ਰਹੇ ਆ। ਕੋਈ ਕਹਿੰਦਾ ਜੀ ਸੈਂਟਰ ਸਰਕਾਰ ਨੇ ਕੁਛ ਨਹੀਂ ਕੀਤਾ, ਕੋਈ ਕਹਿੰਦਾ ਜੀ ਸਟੇਟ ਸਰਕਾਰ ਨੇ ਕੁਛ ਨਹੀਂ ਕੀਤਾ, ਕੋਈ ਕਹਿੰਦਾ ਜੀ ਲੋਕਾਂ ਦੀ ਅਣਗਹਿਲੀ ਸੀਗੀ। ਮੇਰਾ ਇਹ ਮੰਨਣਾ ਹੈ ਕਿ 90% ਸਰਕਾਰਾਂ ਇਸ ਗੱਲ 'ਚ ਫੇਲ ਹੋਈਆਂ ਕਿਉਂਕਿ ਉਹਨਾਂ ਨੇ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਸੈਕਿੰਡ ਵੇਵ ਆ ਰਹੀ ਹੈ ਉਹਦੀ ਪਲੈਨਿੰਗ ਨਹੀਂ ਕੀਤੀ। ਦੂਜਾ ਜਿਹੜਾ ਸਾਲ ਭਰ ਅਸੀਂ ਟਪਾਇਆ ਹੈ ਉਹਦੇ 'ਚ ਉਹਨਾਂ ਨੇ ਜਿਹੜਾ ਪਬਲਿਕ ਹੈਲਥ ਕੇਅਰ ਹੈ, ਸਰਕਾਰੀ ਤੌਰ ਤੇ ਹੈਲਥ ਕੇਅਰ ਦੀ ਕੋਈ ਪ੍ਰਮੋਸ਼ਨ ਨਹੀਂ ਕੀਤੀ, ਉਹਦੇ 'ਚ ਕੋਈ ਸਿਗਨੀਫੀਕੈਂਟ ਇਫੈਕਟ ਨਹੀਂ ਪਾਇਆ। ਉਦਾਹਰਨ ਦੇ ਤੌਰ ਤੇ ਜੇ ਅਸੀਂ ਬਠਿੰਡੇ ਦਾ ਸਿਵਲ ਹਸਪਤਾਲ ਲਈਏ ਤਾਂ ਸਾਲ 'ਚ ਇਹਨਾਂ ਨੂੰ 25, 30, 40 ਬੈੱਡਾਂ ਦਾ ਬਣਾ ਦੇਣਾ ਚਾਹੀਦਾ ਸੀ ICU, ਜਿਹੜਾ ਨਹੀਂ ਬਣਾਇਆ ਇਹਨਾਂ ਨੇ। ਸਰਕਾਰਾਂ ਨੂੰ ਕੋਈ ਪੈਸੇ ਦੀ ਕਮੀ ਨਹੀਂ ਹੁੰਦੀ, ਪ੍ਰਾਈਵੇਟ ਨੂੰ ਜ਼ਰੂਰ ਪੈਸੇ ਦੀ ਕਮੀ ਹੁੰਦੀ ਹੈ, ਅਗਲਾ ਲੋਨ ਲੈਂਦਾ, ਵਿਆਜ ਭਰਨਾ, ਕੀ ਕਰਨਾ, ਪਰ ਸਰਕਾਰਾਂ ਉਸ ਮਾਮਲੇ 'ਚ ਫੇਲ ਰਹੀਆਂ। ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਸਰਕਾਰਾਂ ਕੰਨੀ ਦੇਖੀ ਜਾਵਾਂਗੇ ਤਾਂ ਸਾਡਾ ਮਸਲਾ ਹੱਲ ਨਹੀਂ ਹੋਣਾ। ਸੋ ਮੇਰਾ ਇਹ ਬਹੁਤ ਵੱਡਾ ਮੰਨਣਾ ਹੈ ਤੇ ਮੈਂ ਹਮੇਸ਼ਾ ਤੋਂ ਕਹਿੰਦਾ ਇਹ ਕਿ ਬੰਦੇ ਨੂੰ ਆਪ ਦਾ ਖਿਆਲ ਆਪ ਰੱਖਣਾ ਪੈਣਾ ਹੈ। ਆਪ ਦਾ ਖਿਆਲ ਆਪ ਦਾ ਮਤਲਬ ਕਿ ਸਾਨੂੰ 3 ਇਹਨਾਂ ਨੇ ਦਿੱਤੇ ਹੋਏ ਹੈ, ਆਪਾਂ ਕਹਿੰਦੇ ਕੋਵਿਡ ਐਪਰੋਪਰੀਏਟ ਬਿਹੇਵੀਅਰ। ਸਾਰੀ ਦੁਨੀਆ 'ਚ ਪ੍ਰਚਲਿਤ ਹੈ ਕਿ ਮਾਸਕ ਦੀ ਮਹੱਤਤਾ ਸਭ ਤੋਂ ਜ਼ਿਆਦਾ ਜ਼ਰੂਰੀ ਤੇ ਹਰ ਇੱਕ ਬੰਦੇ ਨੂੰ ਮਾਸਕ ਲਾ ਕੇ ਹੀ ਬਾਹਰ ਨਿਕਲਣਾ ਚਾਹੀਦਾ। ਹੈਂਡ ਹਾਈਜੀਨ ਹੈ, ਬਾਰੀ-ਬਾਰੀ ਹੱਥ ਧੋਣੇ ਚਾਹੀਦੇ ਆ ਜਾਂ ਸੈਨੀਟਾਈਜ਼ ਕਰਨੇ ਚਾਹੀਦੇ ਆ ਲੋੜ ਮੁਤਾਬਕ। ਜਿੱਥੇ ਅਸੀਂ ਹੱਥ ਲਗਾਉਂਦੇ ਹਾਂ, ਜਿੱਥੇ ਜਾਂਦੇ ਹਾਂ, ਜਿੰਨੇ ਵਾਰੀ ਅਸੀਂ ਵੱਧ ਕਰਾਂਗੇ ਓਨਾ ਹੀ ਸਾਡਾ ਵੱਧ ਫਾਇਦਾ। ਜਿੱਥੇ ਹੋ ਸਕੇ, ਕਈ ਜਗ੍ਹਾ ਤੇ ਨਹੀਂ ਹੋ ਸਕਦਾ, ਪਰ ਜਿੱਥੇ ਹੋ ਸਕੇ ਸਾਨੂੰ ਉਹ ਸੋਸ਼ਲ ਡਿਸਟੈਂਸਿੰਗ ਰੱਖਣੀ ਚਾਹੀਦੀ ਹੈ, ਇੱਕ ਦੂਜੇ ਤੇ ਵਖਵਾ ਰੱਖਣਾ ਚਾਹੀਦਾ ਹੈ। ਜੇ ਅਸੀਂ ਤਿੰਨੇ ਚੀਜ਼ਾਂ ਕਰਦੇ ਹਾਂ ਤਾਂ ਬਹੁਤ ਹੱਦ ਤੱਕ ਸਾਡੀ ਕਰੋਨਾ ਤੋਂ ਬਚਤ ਹੋ ਸਕਦੀ ਹੈ। ਸੋ ਜੇ ਇੱਕ ਬੰਦਾ ਬਚਦਾ ਤਾਂ ਉਹਦੇ ਨਾਲ ਉਹਦਾ ਪਰਿਵਾਰ ਬਚਦਾ। ਜੇ ਅਸੀਂ ਸਾਰੇ ਪਰਿਵਾਰ 'ਚ ਹੀ ਇਹ ਚੀਜ਼ ਕਰਦੇ ਹਾਂ ਤਾਂ ਇੱਕ ਪਰਿਵਾਰ ਦੇ 4 ਬੰਦੇ ਬਚ ਗਏ। ਜੇ ਇੱਕ ਪਰਿਵਾਰ ਇਹਨਾਂ ਚੀਜ਼ਾਂ ਤੇ ਅਮਲ ਕਰਦਾ ਤਾਂ ਉਹ ਸਾਰਾ ਮਹੱਲਾ ਸੇਫ ਹੋ ਜਾਂਦਾ। ਸਾਰਾ ਮਹੱਲਾ ਜਦੋਂ ਸੇਫ ਹੁੰਦਾ ਤਾਂ ਉਹਦਾ ਸ਼ਹਿਰ ਤੇ ਅਸਰ ਹੈਗਾ। ਜੇ ਸ਼ਹਿਰ ਤੇ ਅਸਰ ਹੈ ਤਾਂ ਉਹ ਸਾਰੇ ਸੂਬੇ ਤੇ ਅਸਰ ਹੈ, ਸੂਬੇ ਤੇ ਅਸਰ ਹੈਗਾ ਤਾਂ ਉਹ ਦੇਸ਼ ਤੇ ਰਿਫਲੈਕਟ ਹੋਊਗਾ। ਸੋ ਜੇ ਆਪਾਂ ਮੁੱਦੇ ਦੀ ਨਿਚੋੜ ਕੱਢੀਏ, ਜੇ ਇੱਕ ਬੰਦਾ ਆਪਦੇ ਤੌਰ ਤੇ ਸਾਰਾ ਕੁਝ ਕਰਕੇ ਇਹ ਬਚਤ ਰਹਿੰਦਾ ਤਾਂ ਉਹ ਸਾਰਾ ਦੇਸ਼ ਬਚਦਾ। ਸੋ ਸਰਕਾਰਾਂ ਦੀ ਜ਼ਿੰਮੇਵਾਰੀ ਅਲੱਗ ਹੈ, ਇੰਡੀਵਿਜੂਅਲ ਜ਼ਿੰਮੇਵਾਰੀ ਅਲੱਗ ਹੈ। ਸੋ ਮੇਰਾ ਇਹ ਸੰਦੇਸ਼ ਹੈ ਕਿ ਸਰਕਾਰਾਂ ਤੇ ਤਾਂ ਆਪਾਂ ਪ੍ਰੈਸ਼ਰ ਪਾ ਸਕਦੇ ਹਾਂ, ਆਪਾਂ ਉਹਨਾਂ ਦੀ ਕੋਈ ਪਾਲਿਸੀ ਨਹੀਂ ਬਦਲ ਸਕਦੇ, ਆਪਾਂ ਕੁਝ ਨਹੀਂ ਕਰ ਸਕਦੇ, ਪਰ ਇਸ ਵੇਲੇ ਆਪਣਾ ਬਚਣਾ ਜ਼ਰੂਰੀ ਹੈ ਤੇ ਸੋਸ਼ਲ ਡਿਸਟੈਂਸਿੰਗ ਦਾ ਵਰਤੋਂ ਕਰੋ ਜੀ ਬਸ। ਇੱਕ ਪੇਸ਼ੈਂਟ ਮੁੱਢਲੇ ਤੌਰ ਤੇ ਘਰ 'ਚ ਕਰੋਨਾ ਪੋਜ਼ਿਟਿਵ ਹੈਗਾ, ਉਹ ਆਪਣਾ ਬਚਾਅ ਕਿਵੇਂ ਕਰ ਸਕਦਾ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ? ਇਹ ਵੀ ਬਹੁਤ ਜ਼ਰੂਰੀ ਹੈ ਜੀ। ਅਸੀਂ ਇਸੇ ਕਰਕੇ ਇੱਕ ਫੋਨ ਹੈਲਪਲਾਈਨ ਸ਼ੁਰੂ ਕੀਤੀ ਹੈ, ਜਿੱਥੇ ਬੰਦੇ ਨੂੰ ਕੋਈ ਸ਼ੱਕ ਹੋਵੇ ਤਾਂ ਪੁੱਛ ਲੇ। ਉਹਦੇ ਜੇ ਕਰੋਨਾ ਪੋਜ਼ਿਟਿਵ ਹੈਗਾ ਤਾਂ ਪੰਜਾਬ ਗਵਰਨਮੈਂਟ ਦਾ ਬਹੁਤ ਵੱਡਾ ਉਪਰਾਲਾ ਹੈ ਫਤਿਹ ਕਿੱਟ। ਉਹ ਫਤਿਹ ਕਿੱਟ ਮਿਲਦੀ ਹੈ ਹਸਪਤਾਲ 'ਚੋਂ। ਜੇ ਕਿਸੇ ਦਾ ਪੋਜ਼ਿਟਿਵ ਆਉਂਦਾ ਹੈ ਉਹ ਆਪਣੇ ਰਿਪੋਰਟ ਭੇਜ ਕੇ ਉਹ ਕਿੱਟ ਪ੍ਰਾਪਤ ਕਰ ਸਕਦਾ। ਉਹਦੇ ਕਿੱਟ 'ਚ ਸਾਰੀਆਂ ਜ਼ਰੂਰੀ ਦਵਾਈਆਂ ਹੈਗੀਆਂ। ਇੱਕ ਤਾਂ ਉਹ ਪ੍ਰਿਸਕ੍ਰਿਪਸ਼ਨ ਦੇ ਹਿਸਾਬ ਨਾਲ ਦਵਾਈਆਂ ਜ਼ਰੂਰ ਖਾਵੇ, ਉਹ ਸੋਸ਼ਲ ਡਿਸਟੈਂਸਿੰਗ, ਮਾਸਕ ਤੇ ਇਹ ਘਰੇ ਦੀ ਵਰਤੋਂ ਕਰੇ ਤੇ ਘਰੇ ਸਟ੍ਰਿਕਟਲੀ ਆਈਸੋਲੇਟ ਹੋ ਜਾਏ ਤਾਂ ਕਿ ਹੋਰ ਪਰਿਵਾਰ ਵਾਲਿਆਂ ਨੂੰ ਨਾ ਹੋ ਸਕੇ। ਜਿਹੜਾ ਕਰਨਾ ਹੈ ਉਹ ਸਾਡੇ ਲੱਛਣਾਂ ਦੇ ਮੁਤਾਬਕ ਹੈ। ਕਈਆਂ ਨੂੰ ਕੋਈ ਤਕਲੀਫ ਨਹੀਂ ਹੁੰਦੀ, ਥੋੜੇ ਬਹੁਤੇ ਹੱਡ ਪੈਰ ਦੁਖਦੇ ਆ, ਬੁਖਾਰ ਹੋਇਆ 3 ਦਿਨਾਂ ਠੀਕ ਹੋਇਆ, ਉਹਨਾਂ ਨੂੰ ਬਾਹਲੇ ਉਪਰਾਲੇ ਕਰਨ ਦੀ ਜ਼ਰੂਰਤ ਨਹੀਂ, ਉਹ ਸੇਫ ਹੈ। 80-85% ਲੋਕ ਇਹੋ ਜਿਹੇ ਹੈ ਜਿਨ੍ਹਾਂ ਨੂੰ ਥੋੜੀਆਂ ਬਹੁਤੀਆਂ ਤਕਲੀਫਾਂ ਹੁੰਦੀਆਂ ਜਿਹੜੀਆਂ ਆਮ ਤੌਰ ਤੇ ਕੰਟਰੋਲ ਹੋ ਜਾਂਦੀਆਂ। ਸੋ ਉਹਦੇ 'ਚ ਕੋਈ ਖਾਸ ਕਰਨ ਦੀ ਜ਼ਰੂਰਤ ਨਹੀਂ। ਕੁਝ ਬੰਦਿਆਂ ਨੂੰ ਅੱਗੇ ਖਾਂਸੀ, ਜ਼ੁਕਾਮ, ਸਾਹ ਚੜ੍ਹਨਾ ਐਸੇ ਲੱਛਣ ਹੁੰਦੇ ਆ। ਜਿਨ੍ਹਾਂ ਦੇ ਲੱਛਣ ਵੱਧਦੇ ਆ ਉਹਨਾਂ ਦਾ ਸਭ ਤੋਂ ਜ਼ਿਆਦਾ ਜ਼ਰੂਰੀ ਦੇਖਣਾ ਹੈਗਾ ਕਿ ਉਹਨਾਂ ਦੀ ਆਕਸੀਜਨ ਸੈਚੂਰੇਸ਼ਨ ਕਿੰਨੀ। ਉਹ ਛੋਟੇ ਜਿਹੇ ਇੰਸਟਰੂਮੈਂਟ ਮਿਲਦੇ ਆ ਜਿਹਨੂੰ ਪਲਸ ਆਕਸੀਮੀਟਰ ਕਹਿੰਦੇ ਆ, ਉਹ ਅਸੀਂ ਲਾ ਕੇ ਦੇਖ ਸਕਦੇ ਹਾਂ ਵੀ ਸਾਡੇ ਖੂਨ 'ਚ ਆਕਸੀਜਨ ਦੀ ਕਿੰਨੀ ਮਾਤਰਾ ਹੈ। ਜਿਹੜੀ ਆਮ ਤੌਰ ਤੇ ਰਿਕਮੈਂਡਡ ਮਾਤਰਾ ਹੈਗੀ ਹੈ ਸਰਕਾਰ ICMR ਕੰਨਿਓ, ਉਹ ਸਾਨੂੰ 94% ਤੋਂ ਉੱਪਰ ਚਾਹੀਦੀ ਹੈ। ਪਰ ਜੇ 94 ਤੇ 90% ਹੈਗੀ ਹੈ ਤਾਂ ਉਹਦੀ ਹੋਮ ਮੈਨੇਜਮੈਂਟ ਹੋ ਸਕਦੀ ਹੈ। ਹੋਮ ਮੈਨੇਜਮੈਂਟ 'ਚ ਭਾਫ ਲੈਣਾ ਫਰੀਕੁਐਂਟਲੀ, ਗਰਾਰੇ ਕਰਨਾ, ਜਾਂ ਜਿਹਦੇ ਕੋਲੇ ਨੈਬੂਲਾਈਜ਼ਰ ਹੈਗਾ, ਜੇ ਉਹਨੂੰ ਸਾਹ ਚੜ੍ਹਦਾ ਜਾਂ ਖਾਂਸੀ ਹੈਗੀ ਹੈ ਤਾਂ ਉਹ ਨੈਬੂਲਾਈਜ਼ਰ ਲੈ ਸਕਦਾ ਬਿਊਟੀ ਕੌਰਡ ਦਾ। ਤੇ
ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ ਪ੍ਰੋਨ ਪੋਜੀਸ਼ਨ। ਅੱਜ ਕੱਲ੍ਹ ਇਹ ਬਹੁਤ ਜ਼ਿਆਦਾ ਪ੍ਰਚਲਿਤ ਹੈ, ਹਰ ਉਹਦੇ ਤੇ ਇਹਦੀ ਪ੍ਰਮੋਸ਼ਨ ਹੋ ਰਹੀ ਹੈ ਕਿ ਅਸੀਂ ਪੇਟ ਦੇ ਬਲ ਲੇਟੀਏ। ਇਹਦੀ ਖਾਸ ਟੈਕਨੀਕ ਹੈ ਜਿਹੜੀ YouTube ਤੋਂ ਡਾਊਨਲੋਡ ਕਰ ਸਕਦੇ ਹੋ ਕਿ ਛਾਤੀ ਹੇਠਾਂ ਦੋ ਸਰਾਣੇ ਰੱਖਣੇ ਆ, ਚੂਲੇ ਹੇਠਾਂ ਦੋ ਸਰਾਣੇ ਰੱਖਣੇ ਆ, ਪੈਰਾਂ ਭਾਰ ਦੋ ਸਰਾਣੇ ਰੱਖਣੇ ਆ ਤਾਂ ਕਿ ਪੇਟ ਤੇ ਭਾਰ ਨਾ ਪਵੇ। ਤੇ 2-3 ਘੰਟੇ ਲੇਟ ਕੇ ਲੰਬੇ ਲੰਬੇ ਸਾਹ ਲਓਗੇ ਤਾਂ ਉਹਦੇ ਨਾਲ ਸੈਚੂਰੇਸ਼ਨ ਦਾ 5 ਤੋਂ 10% ਦਾ ਫਰਕ ਪੈ ਜਾਂਦਾ। 2-3 ਘੰਟੇ ਅਸੀਂ ਪੇਟ ਭਾਰ ਲੇਟੀਏ, 2-3 ਘੰਟੇ ਅਸੀਂ ਸੱਜੇ ਪਾਸੇ, 2-3 ਘੰਟੇ ਅਸੀਂ ਖੱਬੇ ਪਾਸੇ, ਫਿਰ ਬੈਠ ਕੇ। ਇਹ ਸਾਰੀਆਂ YouTube ਤੇ ਅਵੇਲੇਬਲ ਹੈਗੀਆਂ, ਪ੍ਰੋਮੀਨੈਂਟ ਡਾਕਟਰਸ ਨੇ ਪਾਈਆਂ ਹੋਈਆਂ। ਸੋ ਜੇ ਅਸੀਂ ਇਹ 3 ਉਪਰਾਲੇ ਕਰਦੇ ਹਾਂ ਤੇ ਧਿਆਨ ਰੱਖਦੇ ਹਾਂ ਕਿ ਸਾਡੀ ਜੇ ਸੈਚੂਰੇਸ਼ਨ ਇਹ ਸਾਰੇ ਉਪਰਾਲੇ ਕਰਕੇ 90% ਤੋਂ ਉੱਤੇ ਰਹਿੰਦੀ ਹੈ, ਸਾਹ ਸਾਡਾ ਕੰਟਰੋਲ ਹੋ ਜਾਂਦਾ, ਖਾਂਸੀ ਸਾਡੀ ਕੰਟਰੋਲ ਹੋ ਜਾਂਦੀ ਹੈ, ਤਾਂ ਉਮੀਦ ਹੈਗੀ ਹੈ ਕਿ ਸਾਨੂੰ ਹਸਪੀਟਲ ਤੋਂ ਬਚਤ ਹੋ ਜਾਊਗੀ। ਪਰ ਜੇ ਸਾਰੇ ਉਪਰਾਲੇ ਕਰਕੇ ਵੀ ਸਾਨੂੰ ਸਾਹ ਚੜ੍ਹਦਾ ਹੈ, 90% ਤੋਂ ਆਕਸੀਜਨ ਘੱਟ ਹੁੰਦੀ ਹੈ, ਤਾਂ ਸਾਨੂੰ ਡਾਕਟਰੀ ਰਾਏ ਤੇ ਅੱਗੇ ਟੈਸਟ ਜ਼ਰੂਰ ਕਰਵਾਉਣੇ ਚਾਹੀਦੇ ਆ ਡਾਕਟਰੀ ਸਲਾਹ ਨਾਲ, ਤਾਂ ਜੋ ਅੱਗੇ ਦਾ ਖਤਰਾ ਹੈ ਜਿਹੜਾ ਉਹ ਵਧੇ ਨਾ। ਕਿਉਂਕਿ ਪੰਜਾਬ 'ਚ ਦੇਖਿਆ ਗਿਆ ਹੈ ਕਿ ਜਿਹੜੇ ਪੇਸ਼ੈਂਟ ਹੈਗੇ ਉਹ ਘਰੇ ਹੀ ਬੈਠੇ ਰਹਿੰਦੇ ਆ, ਕਈ ਵਾਰੀ ਡਰਦੇ ਮਾਰੇ ਜਾਂ ਕਈ ਕਾਰਨ ਹੈਗੇ ਆ, ਪੈਸੇ ਦੀ ਕਰਕੇ ਹੈ, ਉਹ ਹਸਪਤਾਲ ਲੇਟ ਪਹੁੰਚਦੇ ਆ। ਜਦੋਂ ਲੇਟ ਪਹੁੰਚਦੇ ਆ ਉਦੋਂ ਉਹਨਾਂ ਦਾ ਇਲਾਜ ਉਨਾ ਹੀ ਮੁਸ਼ਕਿਲ ਹੋ ਜਾਂਦਾ। ਸੋ ਜਿਹੜੇ ਘਰ ਦੇ ਵੀ ਉਪਰਾਲੇ ਹੈਗੇ ਆ ਅਸੀਂ ਉਹ ਲਿਮਿਟਡ ਤੌਰ ਤੇ ਵਰਤ ਸਕਦੇ ਹਾਂ, ਡਾਕਟਰੀ ਸਲਾਹ ਦੇ ਅੰਦਰ ਹੀ ਵਰਤਣੇ ਚਾਹੀਦੇ ਆ ਉਹ, ਤਾਂ ਜੋ ਡਾਕਟਰ ਤੁਹਾਨੂੰ ਸਹੀ ਸਲਾਹ ਦੱਸ ਸਕੇ ਕਿ ਹੁਣ ਆਪਣਾ ਘਰੇ ਕੰਮ ਸਰ ਸਕਦਾ ਜਾਂ ਹੁਣ ਸਾਨੂੰ ਹਸਪਤਾਲ ਜਾਣ ਦੀ ਜ਼ਰੂਰਤ ਹੈ। ਉਹਦੇ ਨਾਲ 2 ਫਾਇਦੇ ਹੁੰਦੇ ਆ। ਇੱਕ ਤਾਂ ਜਿਹੜੇ ਹਸਪੀਟਲ ਦੇ ਬੈੱਡ ਹੈ ਉਹ ਸਾਡੇ ਜਿਹੜੇ ਜ਼ਿਆਦਾ ਸੀਰੀਅਸ ਮਰੀਜ਼ ਆ ਉਹਨਾਂ ਵਾਸਤੇ ਵਰਤੇ ਜਾਣਗੇ। ਜਿਹੜਾ ਦੂਜਾ ਫਾਇਦਾ ਹੈਗਾ ਉਹ ਤੁਹਾਡੇ ਆਪ ਦੇ ਪੈਸੇ ਵਰਤੇ ਜਾਣਗੇ, ਆਪ ਦੀ ਖੱਜਲ ਖੁਆਰੀ ਘਟਣੀ ਹੈ। ਤੇ ਆਕਸੀਜਨ ਦੀ ਵੀ ਜੇ ਅਸੀਂ ਹਸਪਤਾਲ ਨਹੀਂ ਜਾਂਦੇ, ਸਾਡਾ ਘਰੇ ਕੰਮ ਸਰਦਾ, ਤਾਂ ਉਹੀ ਆਕਸੀਜਨ ਕਿਸੇ ਲੋੜਵੰਦ ਬੰਦੇ ਦੇ ਹੋਰ ਯੂਜ਼ ਹੋ ਸਕਦੀ ਹੈ। ਹਰ ਡਾਕਟਰ ਸਲਾਹ ਦੇਊਗਾ ਇਸ ਤਰ੍ਹਾਂ ਦੀ ਕਰੇਗਾ ਕਿ ਇਹ ਨਾ ਜੀ ਬੜਾ ਟੇਢਾ ਕੁਐਸਚਨ ਹੈ। ਇਹ ਡਾਕਟਰ ਤੇ ਡਿਪੈਂਡ ਕਰਦਾ ਹੈ ਕਿ ਡਾਕਟਰ ਨੂੰ ਸਲਾਹ ਦੇਣੀ ਚਾਹੀਦੀ ਜ਼ਰੂਰ ਹੈ ਇਹ, ਪਰ ਕੋਈ ਦਿੰਦਾ ਕੋਈ ਨਹੀਂ ਦਿੰਦਾ, ਉਹ ਆਪ ਦੇ ਤੌਰ ਤੇ ਹੀ ਹੈ। ਜਿਵੇਂ ਆਪਾਂ ਕਹੀਏ ਕੋਈ ਮਿਲਣਸਾਰ ਬੰਦਾ ਹੁੰਦਾ ਜੀ, ਹਰ ਇੱਕ ਨਾਲ ਮਿੱਠਾ ਬੋਲਦਾ, ਕੋਈ ਹਰ ਇੱਕ ਨਾਲ ਹੀ ਕੌੜਾ ਬੋਲਦਾ। ਪਰ ਮੇਰੀ ਇਹ ਰਾਏ ਹੈ ਕਿ ਹਰ ਇੱਕ ਡਾਕਟਰ ਨੂੰ ਇਹ ਸਲਾਹ ਜ਼ਰੂਰ ਦੇਣੀ ਚਾਹੀਦੀ ਹੈ। ਇਸ ਮਹਾਮਾਰੀ 'ਚ ਜਿੱਥੇ ਬੈੱਡ ਵੀ ਘੱਟ ਹੈ, ਜੇ ਅਸੀਂ ਘਰੇ ਸਾਰ ਸਕਦੇ ਹਾਂ ਕੰਮ ਤਾਂ ਘਰੇ ਜ਼ਰੂਰ ਸਾਰੋ, ਪਰ ਉਹਦੇ ਨਾਲ ਸਲਾਹ ਦੇ ਮੁਤਾਬਕ ਜੇ ਸਾਨੂੰ ਲੋੜ ਹੈਗੀ ਆ, ਮਰੀਜ਼ ਨੂੰ ਸਹੀ ਸਲਾਹ ਮਿਲਦੀ ਹੈ ਤਾਂ ਉਹਦੀ ਜਾਨ ਤੋਂ ਵੀ ਬਚਤ ਹੋ ਸਕਦੀ ਹੈ। ਵੀ ਘਰੇ ਹੀ ਨਾ ਸਾਰੀ ਚੱਲੇ, ਉਹ ਜਦੋਂ ਲੋੜ ਪੈਂਦੀ ਹੈ ਤਾਂ ਉਹਨੂੰ ਹਸਪਤਾਲ ਵੀ ਜਾਵੇ। ਉਹ ਕਰੋਨਾ ਫੈਲਣ ਦੇ ਸਰਕਾਰਾਂ ਦਾ ਕਿੰਨਾ ਰੋਲ ਹੈ ਜਿਹੜਾ ਇਲਾਜ ਨਾ ਹੋਏ, ਕਿੰਨਾ ਰੋਲ? ਸਰਕਾਰਾਂ ਦਾ ਬਹੁਤ ਵੱਡਾ ਰੋਲ ਹੈ ਜੀ। ਜਿੱਥੇ ਸਰਕਾਰਾਂ ਨੂੰ ਚਾਹੀਦਾ ਸੀਗਾ ਆਪਦੇ, ਜਿੱਥੇ ਉਹਨਾਂ ਨੂੰ ਫਾਇਦੇ ਸੋਚਦੇ ਆ। ਇਹ ਇਲੈਕਸ਼ਨ ਹੈ ਜਿਹੜੇ 8 ਫੇਜ਼ 'ਚ ਕੀਤੇ, 2 ਫੇਜ਼ 'ਚ ਵੀ ਹੋ ਸਕਦੇ ਸੀ। ਤਾਮਿਲਨਾਡੂ 'ਚ ਉਹਨਾਂ ਨੇ 1-2 ਫੇਜ਼ 'ਚ ਕਰਤੇ, ਇਹਨਾਂ ਨੇ 8 ਫੇਜ਼ 'ਚ ਕੀਤੇ। 8 ਫੇਜ਼ 'ਚ ਸਾਰੀਆਂ ਰੈਲੀਆਂ ਤੁਸੀਂ ਦੇਖੋ, ਮੇਰੇ ਤੇਰੇ ਵਰਗੇ ਨੂੰ ਪਕੜ ਕੇ ਉੱਥੇ ਚਲਾਨ ਕਰ ਦਿੰਦੇ ਆ, 1000 ਰੁਪਏ ਜੁਰਮਾਨਾ ਕਰ ਦਿੰਦੇ ਆ ਜੀ, ਕਰੋਨਾ ਟੈਸਟ ਕਰਾਓ ਜੀ ਜਿਹਨੇ ਮਾਸਕ ਨਹੀਂ ਲਾਇਆ। ਤੇ ਲੱਖ ਬੰਦੇ ਨੂੰ ਪ੍ਰਧਾਨ ਮੰਤਰੀ ਨੇ ਐਡਰੈਸ ਕੀਤਾ, ਉਹਨੂੰ ਆਪਾਂ ਸਰਕਾਰਾਂ ਦਾ ਹੀ ਰੋਲ ਕਵਾਂਗੇ ਨਾ ਜੀ। ਇਲੈਕਸ਼ਨ ਕਮਿਸ਼ਨ ਨਹੀਂ ਕਰ ਸਕਦਾ ਸੀਗਾ? ਜੇ ਪ੍ਰਧਾਨ ਮੰਤਰੀ ਨੂੰ ਨਹੀਂ ਅਕਲ ਹੈਗੀ ਹੈ ਤਾਂ ਇਲੈਕਸ਼ਨ ਕਮਿਸ਼ਨ ਆਪਦੇ ਕਰਦੇ। ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨ ਸੀਗੀਆਂ ਕਿ ਜੀ ਰੈਲੀ 'ਚ ਆਹ ਹੋਣਾ ਚਾਹੀਦਾ। ਸਰਕਾਰਾਂ ਦਾ ਬਹੁਤ ਵੱਡਾ ਰੋਲ ਹੈ। ਸਰਕਾਰਾਂ ਨੇ ਸੈਕੰਡ ਵੇਵ ਦੀ ਕਰਨੀ ਸੀ ਜੀ, ਮੈਂ ਤੁਸੀਂ ਥੋੜੀ ਜਾ ਕੇ ਆਕਸੀਜਨ ਪਲਾਂਟ ਲਾ ਲਾਂਗੇ ਅਸੀਂ। ਜੇ ਸਰਕਾਰਾਂ ਦਾ ਅੰਦਾਜ਼ਾ ਗਲਤ ਹੋ ਗਿਆ, ਕਿੰਨਾ ਕੁ ਗਲਤ ਹੋ ਗਿਆ। ਅਸੀਂ ਕਹਿੰਦੇ 1000 ਬੰਦੇ ਦੀ ਤਾਂ ਦਿਖਾਓ ਸਾਨੂੰ ਅਰੇਂਜਮੈਂਟ ਕੀਤਾ ਹੋਵੇ, ਚਲੋ 10,000 ਬੰਦੇ ਦਾ ਨਹੀਂ ਹੋ ਸਕਦਾ, ਪਰ ਅਰੇਂਜਮੈਂਟ ਕਿੱਥੇ ਹੈ? ਉਹ ਦੋਨੇ ਸਰਕਾਰਾਂ ਇਹ ਨਹੀਂ ਹੈ ਵੀ ਸੈਂਟਰ ਨੇ ਨਹੀਂ ਕੀਤਾ, ਸੈਂਟਰ ਸਟੇਟ ਕਿਸੇ ਨੇ ਵੀ ਸਿਹਤ ਮਹਿਕਮਿਆਂ ਤੇ ਪੈਸੇ ਨਹੀਂ ਖਰਚ ਕੀਤੇ। ਮੈਨੂੰ ਦੱਸੋ ਕੋਈ ਕੰਟਰੋਲ ਨਹੀਂ ਹੈ ਜੀ, ਸਰਕਾਰਾਂ ਸੇਮ ਹੀ ਹੈ। ਇਹ ਸਿਰਫ ਉੱਤੇ ਲੇਬਲ ਦਾ ਫਰਕ ਹੈ ਕਿ ਇਹ ਭਗਵਾ ਹੈ ਜੀ, ਇਹ ਚਿੱਟਾ ਹੈ ਜੀ, ਇਹ ਨੀਲਾ ਹੈ ਜੀ। ਸਰਕਾਰਾਂ ਨੇ ਕੁਛ ਨਹੀਂ ਕੀਤਾ ਸਿਹਤ ਸੇਵਾਵਾਂ ਨੂੰ ਵਧਾਉਣ ਵਾਸਤੇ। ਸਿਹਤ ਸੇਵਾਵਾਂ ਦਾ ਮਤਲਬ ਕੱਲੀ ਬਿਲਡਿੰਗਾਂ ਨਹੀਂ ਹੁੰਦੀਆਂ, ਡਾਕਟਰ ਦੀ ਰਿਕਰੂਟਮੈਂਟ ਹੈ। ਆਮ ਤੌਰ ਤੇ ਕਹਿੰਦੇ ਜੀ ਡਾਕਟਰ ਸਰਕਾਰੀ ਉਹਦੇ 'ਚ ਨਹੀਂ ਆਉਂਦੇ, ਉਹ ਸਰਕਾਰੀ ਉਹਦੇ 'ਚ ਨਹੀਂ ਆਉਂਦੇ। 70,000 'ਚ ਕੌਣ ਆਊਗਾ ਜਦੋਂ ਸਾਹਮਣੇ ਏਸੀ ਇਨਵਾਇਰਮੈਂਟ 'ਚ ਉਹ 1.5 ਲੱਖ ਤੇ ਕੰਮ ਕਰਦਾ। ਤੁਸੀਂ 2 ਲੱਖ ਰੁਪਇਆ ਦਿਓ, ਸਰਕਾਰੀ ਬਜਟ ਵਧਾਓ ਹੈਲਥ ਦਾ। ਮੈਨੂੰ ਦੱਸੋ ਕਿਹੜਾ ਡਾਕਟਰ ਆ ਕੇ ਨਹੀਂ ਕੰਮ ਕਰਨਾ ਚਾਹੂਗਾ? ਵਧੀਆ ਇਨਵਾਇਰਮੈਂਟ ਸਾਰੇ ਕੰਮ ਕਰਨਾ ਚਾਹਣਗੇ। ਉਹ ਕੁਝ ਸਾਲ ਤੱਕ ਤਾਂ 15,000 ਰੁਪਏ ਦਿੰਦੇ ਸੀ ਡਾਕਟਰ ਨੂੰ। ਇਹ ਤਾਂ ਆ ਕੇ ਕਾਂਗਰਸ ਗਵਰਨਮੈਂਟ ਨੇ ਥੋੜਾ ਜਿਹਾ ਪ੍ਰੈਸ਼ਰ ਪਿਆ, ਇਹਨਾਂ ਨੇ ਵਧਾਤੀ ਪੇ, ਪਰ ਉਨੀ ਨਹੀਂ ਨਾ ਵਧਾਈ ਜਿਹਦੇ ਹਿਸਾਬ ਨਾਲ ਉਹ ਅਟਰੈਕਟ ਹੋਣ ਕਿ ਸਰਕਾਰੀ ਸੇਵਾਵਾਂ ਚਾਹੀਏ। ਸੋ ਜਿੰਨੀ ਦੇਰ ਤੱਕ ਆਪਾਂ ਸਰਕਾਰੀ ਸੇਵਾਵਾਂ ਨੂੰ ਤਕੜਾ ਨਹੀਂ ਕਰਦੇ, ਹੈਲਥ ਸੇਵਾਵਾਂ 'ਚ ਸੁਧਾਰ ਨਹੀਂ ਹੋ ਸਕਦਾ।
ਸੋ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਪ੍ਰਾਈਵੇਟ ਡਾਕਟਰਾਂ ਦਾ ਖਹਿੜਾ ਛੱਡੀਏ, ਉਹਨਾਂ ਨੂੰ ਚੋਰ ਡਾਕੂ ਕਹਿਣਾ ਛੱਡੀਏ। ਅਸੀਂ ਸਾਰੀ ਆਪਦੀ એનર્ਜੀ ਹੈਗੀ ਜਿਹੜੀ ਸਰਕਾਰਾਂ ਤੇ ਲਾਈਏ ਕਿ ਜੀ ਤੁਸੀਂ ਸਰਕਾਰੀ ਹਸਪਤਾਲਾਂ ਨੂੰ ਤਕੜੇ ਕਰੋ। ਪ੍ਰਾਈਵੇਟ ਦਾ ਅਸੀਂ ਆਲਰੇਡੀ ਬਿਜ਼ਨਸ ਬਣਾਇਆ ਹੋਇਆ। ਸੀਪੀਏ ਕੀ ਕਹਿੰਦਾ? ਸੀਪੀਏ ਕਹਿੰਦਾ ਜੀ ਡਾਕਟਰ ਬਿਜ਼ਨਸਮੈਨ ਹੈ, ਜਿਹੜਾ ਮਰੀਜ਼ ਹੈ ਉਹ ਕੰਜ਼ਿਊਮਰ ਹੈ। ਤੇ ਜੇ ਡਾਕਟਰ ਆਪਦਾ ਹਸਪਤਾਲ ਖੋਲਦਾ ਹੈ, ਉਹ ਚੈਰੀਟੇਬਲ ਵਾਸਤੇ ਤਾਂ ਖੋਲਦਾ ਨਹੀਂ, ਉਹ ਪ੍ਰੋਫਿਟ ਅਰਨਿੰਗ ਵਾਸਤੇ ਖੋਲਦਾ। ਪ੍ਰੋਫਿਟ ਅਰਨਿੰਗ ਦਾ ਮਤਲਬ ਜੇ ਉਹਨੇ 10 ਕਰੋੜ ਦਾ ਲੋਨ ਲਿੱਤਾ, 50 ਲੱਖ ਉਹਨੇ ਬਿਜਲੀ ਦਾ ਬਿੱਲ ਭਰਨਾ, ਕਿੱਥੋਂ ਭਰੇਗਾ ਜੀ? ਦੂਜਾ ਤੁਸੀਂ ਦੇਖੋ ਫੀਸਾਂ ਕਿੰਨੀਆਂ। ਸਰਕਾਰੀ ਮੈਡੀਕਲ ਕਾਲਜਿਸ ਦੀਆਂ ਵੀ ਫੀਸਾਂ ਵਧਾਤੀਆਂ। ਹੁਣ ਜਿਹੜਾ ਬੱਚਾ ਕਰੋੜ ਰੁਪਇਆ ਦੇ ਕੇ MBBS ਜਾਂ MD ਕਰੇਗਾ, ਉਹ ਤੁਹਾਡਾ ਖਿਆਲ ਸੇਵਾ ਕਰੇਗਾ? ਉਹ ਇਹ ਕਿੰਨੀ ਦੇਰ ਦੀ ਮੁਹਿੰਮ ਚੱਲ ਰਹੀ ਹੈ ਕਿ ਸਰਕਾਰੀ ਫੀਸਾਂ ਘਟਾਓ, ਪ੍ਰਾਈਵੇਟ ਮੈਡੀਕਲ ਕਾਲਜਿਸ ਦੀਆਂ ਫੀਸਾਂ ਘਟਾਓ। ਜੇ ਪ੍ਰਾਈਵੇਟ ਮੈਡੀਕਲ ਕਾਲਜ ਫੀਸਾਂ ਨਹੀਂ ਘਟਾ ਸਕਦੇ, ਸਰਕਾਰ ਉਹਨਾਂ ਨੂੰ ਪੈਸੇ ਦੇਵੇ ਫੀਸਾਂ ਘਟਾਉਣ ਵਾਸਤੇ। ਦੂਜਾ ਕੰਪਲਸਰੀ ਕਰੋ, ਜਿਹੜਾ ਸਰਕਾਰੀ ਹਸਪਤਾਲ ਸਰਕਾਰੀ ਮੈਡੀਕਲ ਕਾਲਜ ਚੋਂ ਪੜ੍ਹ ਕੇ ਆਇਆ ਬੱਚਾ, ਉਹਨੂੰ ਜੇ ਤੁਸੀਂ ਪੇ ਵਧੀਆ ਦਿਓਗੇ ਤਾਂ ਸਰਕਾਰੀ 'ਚ ਕੰਮ ਕਰੇਗਾ। ਉਹ ਰੂਰਲ ਸਰਵਿਸ ਕਰੋ ਕੰਪਲਸਰੀ 2 ਸਾਲ ਦੀ, ਪਰ ਉਹਦੇ ਨਾਲ ਪੇ ਤਾਂ ਦਿਓ ਨਾ ਜੀ। ਨਹੀਂ ਤਾਂ ਹਰ ਇੱਕ ਬਹਾਨਾ ਭਾਲ ਕੇ ਬੰਦਾ ਸਰਕਾਰੀ ਨੌਕਰੀ ਛੱਡ ਜਾਂਦਾ। ਤਾਂ ਕੁੱਲ ਮਿਲਾ ਕੇ ਜਿੰਨੀ ਦੇਰ ਤੱਕ ਸਰਕਾਰਾਂ ਹੈਲਥ ਸੇਵਾਵਾਂ ਨੂੰ ਪ੍ਰਾਇੋਰਟੀ ਨਹੀਂ ਦੇਣਗੀਆਂ, ਨੰਬਰ 1 ਤੇ ਨਹੀਂ ਲਿਆਉਣਗੀਆਂ, ਇਹਦੇ ਤੇ ਪੈਸਾ ਨਹੀਂ ਖਰਚਣਗੀਆਂ, ਉਨੀ ਦੇਰ ਤੱਕ ਕੁਝ ਨਹੀਂ ਹੋਣਾ। ਤੁਹਾਡਾ ਹੈਲਪ ਨੰਬਰ ਜਿਹੜਾ ਨੰਬਰ ਹੈ? ਹਾਂਜੀ ਬਿਲਕੁਲ, ਮੇਰਾ ਨੰਬਰ ਹੈਗਾ 9417020903। ਇਹਦੇ ਕੀ ਸਲਾਹ ਲੈ ਸਕਦੇ? ਇਹਦੇ ਤੇ ਕੋਵਿਡ ਦੇ ਉਹਦੇ 'ਚ ਕੋਈ ਵੀ ਸਲਾਹ ਲੈ ਸਕਦੇ ਹੋ ਜੀ। ਮੈਂ ਪਹਿਲਾਂ ਵੀ ਆਪਦਾ ਨੰਬਰ ਸਭ ਨੂੰ ਮੈਸੇਜ ਕੀਤਾ ਵਾ। ਕਿਸੇ ਕਿਸਮ ਦੀ ਵੀ ਸਲਾਹ, ਕਦੋਂ ਮਰਜ਼ੀ ਸਲਾਹ, ਭਾਵੇਂ ਰਾਤ ਨੂੰ 2 ਵਜੇ ਟੈਲੀਫੋਨ ਕਰਕੇ ਸਲਾਹ ਲੈ ਸਕਦੇ ਹੋ। ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਮੈਂ ਆਪਦੀ ਨੌਲੇਜ ਦੇ ਮੁਤਾਬਕ ਸਹੀ ਗਾਈਡ ਕਰੂੰਗਾ। ਜੇ ਮੈਨੂੰ ਨਹੀਂ ਪਤਾ ਹੋਊਗਾ, ਮੈਂ ਲਿਟਰੇਚਰ ਦੇਖ ਕੇ ਦੁਬਾਰਾ ਰਿੰਗ ਬੈਕ ਕਰੂੰਗਾ, ਪਰ ਮੈਂ ਹਮੇਸ਼ਾ ਹੈਲਪ ਕਰਨ ਦੀ ਕੋਸ਼ਿਸ਼ ਕਰੂੰਗਾ ਸਾਰੀ ਚੀਜ਼ਾਂ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ ਤੇ ਕਰੋ।